ਮੂਲ ਮੰਤਰ ਦੇ ਸੰਬੰਧ ਵਿੱਚ ਦੂਜੀ ਘਟਨਾ ਮੈਂ ਆਪ ਜੀ ਨਾਲ ਜੋ ਸਾਂਝੀ ਕਰਨੀ ਚਾਹੁੰਦਾ ਹਾਂ ਉਹ ਹੈ ਸਰਦਾਰ ਬਘੇਲ ਸਿੰਘ, ਜਿਨ੍ਹਾਂ ਦਾ ਨਾਂ ਤੁਸੀਂ ਸੂਬੇਦਾਰ ਬਘੇਲ ਸਿੰਘ ਜੀ ਦਾ ਬਹੁਤ ਵਾਰੀ ਸੁਣਿਆ ਹੋਣਾ। ਉਹਨਾਂ ਦੀਆਂ ਬੜੀਆਂ ਅਨੁਭਵੀ ਕਿਤਾਬਾਂ ਮਿਲਦੀਆਂ ਹਨ, ਖਾਸ ਕਰਕੇ ਜਿਨ੍ਹਾਂ ਨੇ ਰੂਹਾਨੀ ਜੀਵਨ ਦੀ ਪ੍ਰਾਪਤੀ ਕਰਨ ਦੀ ਮਨਸਾ ਰੱਖੀ ਹੈ ਮਨ ਵਿੱਚ, ਉਹਨਾਂ ਨੂੰ ਸੂਬੇਦਾਰ ਬਘੇਲ ਸਿੰਘ ਅਤੇ ਇਸੇ ਤਰ੍ਹਾਂ ਸਰਦਾਰ ਰਘਬੀਰ ਸਿੰਘ ਵੀਰ, ਭਾਈ ਸਾਹਿਬ ਭਾਈ ਵੀਰ ਸਿੰਘ, ਇਹੋ ਜਿਹੇ ਗੁਰਮੁਖਾਂ ਨੂੰ ਪੜ੍ਹਨਾ ਚਾਹੀਦਾ ਹੈ। ਜੀਵਨ ਅਨੁਭਵ ਦੇ ਵਿੱਚ ਕਿਤਾਬ ਦੇ ਵਿੱਚ ਉਹਨਾਂ ਜ਼ਿਕਰ ਕੀਤਾ ਹੈ ਸੂਬੇਦਾਰ ਬਘੇਲ ਸਿੰਘ ਜੀ ਹੋਰਾਂ। ਉਹ ਕਹਿੰਦੇ ਕਿ ਬਚਪਨ ਤੋਂ ਹੀ ਜਿਹੜੇ ਇਹਨਾਂ ਦੇ ਪਿਤਾ ਜੀ ਸਨ, ਉਹਨਾਂ ਨੇ ਮੂਲ ਮੰਤਰ ਆਪ ਨੂੰ ਦੱਸਿਆ ਕਿ ਮੂਲ ਮੰਤਰ ਵਿੱਚ ਬੜੀ ਸ਼ਕਤੀ ਹੈ। ਕਈ ਮਿਸਾਲਾਂ ਵੀ ਦੇ ਦੇ ਕੇ ਸਮਝਾਉਂਦੇ ਸਨ ਅਤੇ ਉਹਨਾਂ ਦੇ ਮਨ ਅੰਦਰ ਮੂਲ ਮੰਤਰ ਦੀ ਸ਼ਕਤੀ ਦੇ ਬਾਰੇ ਜਿਹੜਾ ਸਾਧ ਸੰਗਤ ਵਿਚਾਰ ਸੀ ਉਹ ਭਰ ਗਈ। ਪਰ ਸਰਦਾਰ ਸੂਬੇਦਾਰ ਬਘੇਲ ਸਿੰਘ ਜੀ ਕਹਿੰਦੇ ਹਨ ਕਿ ਪਹਿਲੀ ਵਾਰ ਆਪਣੀ ਜ਼ਿੰਦਗੀ ਦੇ ਅੰਦਰ ਮੈਂ ਮੂਲ ਮੰਤਰ ਦੀ ਮਹੱਤਤਾ ਉਦੋਂ ਤੱਕੀ ਜਦੋਂ ਕਹਿੰਦੇ ਮੈਂ 11 ਵਰ੍ਹਿਆਂ ਦਾ ਸੀ। ਅਤੇ ਉਹਨਾਂ ਨੇ ਜ਼ਿਕਰ ਕੀਤਾ ਹੈ ਕਿ ਨੰਬਰਦਾਰ ਕੋਈ ਉਹਨਾਂ ਦਾ ਨਾਂ ਉਹਨਾਂ ਲਿਖਿਆ ਭਗਵਾਨ ਸਿੰਘ, ਉਹਨਾਂ ਦੇ ਕਹਿੰਦੇ ਲਾਗੇ ਕੋਈ ਵਾੜਾ, ਉੱਥੇ ਪੁੱਛਣਾ ਦੇਣ ਵਾਲੇ ਸਿਆਣਿਆਂ ਨੇ ਇਕੱਠ ਕੀਤਾ ਅਤੇ ਲਾਗਲੇ ਪਿੰਡ ਤੋਂ ਵੀ ਕੋਈ ਮੁਖੀ ਆਇਆ ਪੰਡਤ, ਅਤੇ ਉਹਨਾਂ ਦੇ ਪਿੰਡ ਦਾ ਵੀ ਕੋਈ ਪੰਡਤ ਸੀ, ਉਹਦੇ 3-4 ਸਾਥੀ ਸਨ। ਸੋ ਇਸ ਤਰ੍ਹਾਂ ਨਾਲ 5-6 ਜਾਣੇ ਇਕੱਠੇ ਸਨ ਅਤੇ ਉਹ ਇਸ ਤਰ੍ਹਾਂ ਇਕੱਠ ਉਹਨਾਂ ਦਾ ਹੋਇਆ ਸੀ। ਕਿਸੇ ਕਾਰਨ ਕਰਕੇ ਇਹਨਾਂ ਦੇ ਨਾਲ 11 ਸਾਲ ਦੀ ਛੋਟੀ ਜਿਹੀ ਉਮਰ ਵਿੱਚ ਤਕਰਾਰ ਹੋ ਗਿਆ। ਉਹ ਚਿੜ ਗਏ ਸਾਰੇ ਪੁੱਛਣਾ ਦੇਣ ਵਾਲੇ ਪੰਡਤ, ਅਤੇ ਉਹਨਾਂ ਨੇ ਇਹਨਾਂ ਦੇ ਉੱਤੇ ਮੰਤਰਾਂ ਦਾ ਜਾਪ ਸ਼ੁਰੂ ਕੀਤਾ। ਪਰ ਉਹ ਮੰਤਰ ਬੇਅਸਰ ਰਹੇ, ਕਿਉਂਕਿ ਉਸੇ ਵਕਤ ਆਪ ਜੀ ਨੇ 11 ਸਾਲ ਦੀ ਉਮਰ 'ਚ ਹੀ ਮੂਲ ਮੰਤਰ 'ਤੇ ਭਰੋਸਾ ਹੋਣ ਕਰਕੇ ਮੂਲ ਮੰਤਰ ਦਾ ਅੱਗੋਂ ਜਾਪ ਸ਼ੁਰੂ ਕਰ ਦਿੱਤਾ। ਸੋ ਇਹਦੇ ਵਿੱਚ ਕੋਈ ਅਤਕਥਨੀ ਨਹੀਂ। ਕੋਈ ਵੀ ਸਾਧ ਸੰਗਤ ਮੰਤਰ ਹੈ ਉਹ ਆਪਣਾ ਕੰਮ ਹੀ ਨਹੀਂ ਕਰਦਾ। ਮੂਲ ਮੰਤਰ ਜੇ ਜਾਪ ਕਰਨ ਵਾਲਾ ਅੱਗੋਂ ਹੋਵੇ ਨਾ, ਕੋਈ ਅਭਿਆਸੀ ਹੋਵੇ, ਗੁਰੂ ਨਾਨਕ ਸਾਹਿਬ ਦੇ ਮੂਲ ਮੰਤਰ ਵਿੱਚ ਬੜੀ ਵੱਡੀ ਸ਼ਕਤੀ ਹੈ। ਫਿਰ ਉਹ ਕਹਿੰਦੇ ਨੇ ਕਿ ਉਹਨਾਂ ਨੇ ਇੱਕ ਕਾਰ ਖਿੱਚੀ, ਇੱਕ ਚੌਖਟੇ ਜਿਹੇ ਦੇ ਵਿੱਚ 4 ਕਾਰ ਖਿੱਚ ਦਿੱਤੀ, ਲਕੀਰ ਪਾਈ, 4 ਦੀਵੇ ਕਹਿੰਦੇ ਉੱਥੇ ਰੱਖ ਕੇ ਆਖਿਆ ਤੂੰ ਇੱਥੇ ਬਹਿ, ਅਸੀਂ ਤੈਨੂੰ ਭਸਮ ਕਰ ਦੇਵਾਂਗੇ। ਪਰ ਕਹਿੰਦੇ ਮੈਂ ਇੱਕ ਦੀਵੇ ਨੂੰ ਪੈਰ ਦੀ ਠੁੱਡ ਮਾਰੀ ਅਤੇ ਉਹ ਕਾਰ ਦੇ ਜਿਹੜੀ ਖਿੱਚੀ ਸੀ ਉਹਦੇ ਵਿੱਚ ਦੀ ਹੁੰਦਾ ਹੋਇਆ ਆਪਣੇ ਘਰ ਨੂੰ ਤੁਰ ਪਿਆ। ਉਮਰ ਨਿੱਕੀ ਸੀ, ਬੱਚੇ ਹੀ ਸਨ, 11 ਸਾਲ ਦੀ ਉਮਰ ਸੀ। ਕਹਿੰਦੇ ਜਿਹੜਾ ਸਾਡੇ ਪਿੰਡ ਦਾ ਸਿਆਣਾ ਸੀ ਨਾ ਪੰਡਤ, ਉਹਨੇ ਈਰਖਾ ਕਰਕੇ ਮੇਰੇ 'ਤੇ ਕਾਲੇ ਇਲਮ ਦਾ ਵਾਰ ਰਾਤ ਨੂੰ ਕਰਨਾ ਚਾਹਿਆ। ਰਾਤ ਨੂੰ ਕੀਰਤਨ ਸੋਹਿਲੇ ਦਾ ਪਾਠ ਕਰਕੇ ਉਹਨਾਂ ਨੇ ਇੱਕ ਹੋਰ ਗੱਲ ਲਿਖੀ ਹੈ ਨਾਲ ਸਾਧ ਸੰਗਤ, ਕਿ ਆਪਣੇ ਸਿਰਹਾਣੇ ਪਾਣੀ ਅਤੇ ਸ੍ਰੀ ਸਾਹਿਬ ਕਹਿੰਦੇ ਮੈਂ ਰੱਖ ਕੇ ਸੌਂ ਗਿਆ। ਵੇਖੋ ਬਚਪਨ ਤੋਂ ਹੀ ਕਿੰਨਾ ਉਹਨਾਂ ਨੂੰ ਲਗਨ ਸੀ ਅਤੇ ਕਿੰਨੀ ਸੋਝੀ ਸੀ। ਅਤੇ ਜਦੋਂ ਉਹ ਜਿਹੜਾ ਪੰਡਤ ਸੀ ਉਹਨੇ ਕਾਲੇ ਇਲਮ ਦਾ ਵਾਰ ਕੀਤਾ ਰਾਤ ਨੂੰ, ਅਤੇ ਉਹਨਾਂ ਦੇ ਲਾਗੇ ਉਹਨਾਂ ਦੇ ਚਾਚੇ ਦੇ ਬੇਟੇ ਦਾ ਮੰਜਾ ਡਾਇਆ ਹੋਇਆ ਸੀ। ਉਹ ਉਹਨਾਂ ਦੇ ਚਾਚੇ ਦਾ ਪੁੱਤ ਭਰਾ ਸੁੱਤਾ ਸੀ। ਜਦੋਂ ਉਹ ਪੰਡਤ ਨੇ ਰਾਤ ਨੂੰ ਟਿਕੀ ਹੋਈ ਰਾਤ ਨੂੰ ਕਾਲਾ ਇਲਮ ਦਾ ਵਾਰ ਛੱਡਿਆ, ਅਤੇ ਜਦੋਂ ਇਹ ਕਾਲੇ ਇਲਮ ਦਾ ਜਿਹੜੀ ਸਾਧ ਸੰਗਤ ਬਲਾ ਉਹਨਾਂ ਦੇ ਚਾਚੇ ਦੇ ਲੜਕੇ ਦੇ ਕੋਲੋਂ ਦੀ ਗੁਜ਼ਰੀ, ਉਹਨੇ ਬੜਾ ਚੀਕ ਚਿਹਾੜਾ ਪਾਇਆ ਅਤੇ ਇਹ ਵੀ ਸੂਬੇਦਾਰ ਬਘੇਲ ਸਿੰਘ ਜੀ ਅੱਬੜ ਵਾਏ ਉੱਠ ਖਲੋਤੇ।
ਤੇ ਉਹਨਾਂ ਨੇ ਸਮਝਿਆ ਇਹ ਕੋਈ ਪੰਡਤ ਦਾ ਹੀ ਕਾਰਾ ਲੱਗਦਾ, ਤੇ ਉਸੇ ਵਕਤ ਮੂਲ ਮੰਤਰ ਦਾ ਜਾਪ ਸ਼ੁਰੂ ਕਰ ਦਿੱਤਾ। ਉਹ ਜਿਹੜਾ ਕਾਲਾ ਇਲਮ ਦਾ ਵਾਰ ਸੀ ਉਹ ਖਾਲੀ ਚਲਾ ਗਿਆ। ਇਹਨਾਂ ਉੱਤੇ ਕਾਲੇ ਇਲਮ ਦੇ ਵਾਰ ਦਾ ਅਸਰ ਨਹੀਂ ਹੋਇਆ। ਇੱਕ ਤੇ ਉਹਨਾਂ ਨੇ ਸਾਧ ਸੰਗਤ ਇਸ ਘਟਨਾ ਦਾ ਜ਼ਿਕਰ ਕੀਤਾ ਆਪਣੀ ਜੀਵਨ ਅਨੁਭਵ ਪੁਸਤਕ ਦੇ ਅੰਦਰ। ਦੂਜਾ, ਸੂਬੇਦਾਰ ਬਘੇਲ ਸਿੰਘ ਜੀ ਕਹਿੰਦੇ ਨੇ ਕਿ ਇੱਕ ਪ੍ਰੇਤ ਨਾਲ ਮੇਰੀ ਟੱਕਰ ਹੋਈ 12-13 ਵਰ੍ਹਿਆਂ ਦੀ ਉਮਰ ਦੇ ਵਿੱਚ, ਉਦੋਂ ਵੀ ਬੱਚੇ ਹੀ ਸਨ ਅਜੇ। ਉਹਨਾਂ ਨੇ ਜ਼ਿਕਰ ਕੀਤਾ ਕਿ ਬਾਹਰਲੇ ਘਰ ਦੀ ਰਾਖੀ 'ਤੇ ਮੈਂ ਬੈਠਾ ਹੋਇਆ ਸਾਂ। ਉੱਥੇ ਉਹਨਾਂ ਦੀ ਚਾਚੀ ਹਰੇਕ ਵੀਰਵਾਰ ਨੂੰ ਕਿਸੇ ਪ੍ਰੇਤ ਦੇ ਨਾਂ ਦਾ ਪ੍ਰਸ਼ਾਦ ਵੰਡਦੀ ਹੁੰਦੀ ਸੀ। ਤੇ ਕਹਿੰਦੇ ਉਸ ਰਾਤ ਨੂੰ ਜਿਹੜੇ ਡੰਗਰ ਸਨ, ਬਲਦ ਇਤਿਆਦਿਕ, ਉਹਨਾਂ ਨੂੰ ਅੰਦਰ ਕਰਕੇ ਤਕਰੀਬਨ 9 ਵਜੇ ਰਾਤ ਨੂੰ ਸੋਹਿਲਾ ਸਾਹਿਬ ਦੀ ਬਾਣੀ ਦਾ ਪਾਠ ਕਰਕੇ ਕਹਿੰਦੇ ਮੈਂ ਅਜੇ ਸੌਣ ਹੀ ਲੱਗਾ ਸਾਂ ਕਿ ਸਾਹਮਣੇ ਇੱਕ 9-10 ਫੁੱਟਾ ਉੱਚਾ ਪ੍ਰੇਤ ਵੇਖਿਆ। ਉਹਦੇ ਹੱਥ ਵਿੱਚ ਛੁਰਾ ਸੀ, ਤੇੜ ਲੰਗੋਟਾ ਸੀ ਤੇ ਸਿਰ ਦੇ ਉੱਤੇ ਵੱਡੀ ਸਾਰੀ ਬੋਦੀ ਸੀ। ਉਹਨੇ ਆਉਂਦੀ ਆਖਿਆ, ਵੱਡਾ ਆਇਆ ਮੈਨੂੰ ਇੱਥੋਂ ਕੱਢਣ ਵਾਲਾ, ਜਾਂ ਇੱਥੇ ਤੂੰ ਰਹੇਂਗਾ ਜਾਂ ਮੈਂ ਰਵਾਂਗਾ। ਕਹਿੰਦੇ ਇੰਨੀ ਗੱਲ ਕਹਿੰਦਿਆਂ ਉਹਨੇ ਮੇਰੇ ਵੱਲ ਛੁਰਾ ਵਧਾਇਆ। ਵਾਹਿਗੁਰੂ ਦੀ ਕਿਰਪਾ ਨਾਲ ਕਹਿੰਦੇ ਮੈਂ ਮੂਲ ਮੰਤਰ ਉਸੇ ਵਕਤ ਜਾਪ ਸ਼ੁਰੂ ਕਰ ਦਿੱਤਾ। ਤੇ ਸੂਬੇਦਾਰ ਬਘੇਲ ਸਿੰਘ ਜੀ ਸਾਧ ਸੰਗਤ ਲਿਖਦੇ ਨੇ ਇਸ ਕਿਤਾਬ ਦੇ ਅੰਦਰ ਕਿ ਜਿਉਂ ਹੀ ਮੂਲ ਮੰਤਰ ਦਾ ਮੈਂ ਜਾਪ ਆਰੰਭ ਕੀਤਾ, ਮੇਰੇ ਅੰਦਰੋਂ ਪ੍ਰਕਾਸ਼ ਦੀਆਂ ਲਹਿਰਾਂ ਉੱਠੀਆਂ ਤੇ ਉਸ ਪ੍ਰੇਤ ਵੱਲ ਨੂੰ ਹੋ ਗਈਆਂ ਤੇ ਉਹ ਅੱਗੇ ਅੱਗੇ ਭੱਜਣ ਲੱਗਾ। ਇੱਦਾਂ ਉਹ ਭੱਜਦਾ ਭੱਜਦਾ ਅੱਖਾਂ ਤੋਂ ਓਹਲੇ ਹੋ ਗਿਆ। ਫਿਰ 2 ਕੁ ਹਫ਼ਤਿਆਂ ਬਾਅਦ ਫਿਰ ਆਇਆ। ਫਿਰ ਥੋੜ੍ਹੀ ਦੂਰੀ ਦੇ ਉੱਤੇ ਖਲੋ ਕੇ ਮਾਰਨ ਦੇ ਡਰਾਵੇ ਲੱਗਾ ਦੇਣ। ਕਹਿੰਦੇ ਮੈਂ ਫਿਰ ਮੂਲ ਮੰਤਰ ਦਾ ਜਾਪ ਆਰੰਭ ਕਰ ਦਿੱਤਾ। ਉਸੇ ਤਰ੍ਹਾਂ ਪਹਿਲਾਂ ਵਾਂਗੂ ਇੱਕ ਪ੍ਰਕਾਸ਼ ਮੇਰੇ ਅੰਦਰੋਂ ਨਿਕਲਿਆ ਤੇ ਉਹ ਦੌੜ ਗਿਆ। ਕਹਿੰਦੇ ਤੀਜੀ ਵਾਰਾਂ 10-12 ਦਿਨਾਂ ਬਾਅਦ ਉਹ ਫੇਰ ਆਇਆ ਤੇ ਹੁਣ ਕਾਫੀ ਵਿੱਥ ਦੇ ਉੱਤੇ ਖਲੋ ਕੇ ਉਹਨੇ ਇਹ ਗੱਲ ਆਖੀ ਕਿ ਹੁਣ ਮੈਂ ਨਹੀਂ ਇੱਥੇ ਰਹਿ ਸਕਦਾ, ਕਿਉਂਕਿ ਤੂੰ ਗੁਰਬਾਣੀ ਦਾ ਪਾਠ ਕਰਦਾ ਹੈ, ਪਰ ਜੇ ਤੇਰੇ ਕੋਲ ਮੂਲ ਮੰਤਰ ਨਾ ਹੁੰਦਾ ਤੇ ਉਹ ਪ੍ਰੇਤ ਨੇ ਆਪ ਨੂੰ ਆਖਿਆ ਕਿ ਮੈਂ ਤੈਨੂੰ ਮਾਰ ਦੇਣਾ ਸੀ। ਇੰਨੀ ਗੱਲ ਕਹਿ ਕੇ ਕਹਿੰਦੇ ਉਹ ਉੱਥੋਂ ਚਲਾ ਗਿਆ। ਤੇ ਜਿਹੜੇ ਪਾਸੇ ਉਹ ਗਿਆ, ਕਹਿੰਦੇ ਉਸੇ ਪਾਸੇ ਸਾਡੇ ਘਰ ਦੀ ਕੰਧ ਦੇ ਬਾਹਰ ਇੱਕ ਬੜੀ ਵੱਡੀ ਕਿੱਕਰ ਸੀ ਤੇ ਕਿੱਕਰ ਦਾ ਟਾਹਣਾ ਪੂਰੇ ਜ਼ੋਰ ਨਾਲ ਟੁੱਟ ਗਿਆ ਜਾਣ ਲੱਗਿਆ। ਇਹ ਨਿਸ਼ਾਨੀ ਹੁੰਦੀ ਹੈ। ਖੈਰ ਉਹ ਸਦਾ ਲਈ ਨਿਕਲ ਗਿਆ। ਸੋ ਇਸ ਤਰ੍ਹਾਂ ਸਾਧ ਸੰਗਤ ਜਿਹੜੀ ਸਾਹਿਬ ਦੀ ਬਾਣੀ ਹੈ ਨਾ, ਇਹ ਮਹਾ ਮੰਤਰ ਹੈ। ਮਹਾ ਮੰਤਰ ਮੰਤਰਾਂ ਦੇ ਸਿਰ ਤੇ ਮੰਤਰ ਹੈ। ਜਿਵੇਂ ਕਲਗੀਧਰ ਪਿਤਾ ਮਹਾਰਾਜ ਸਾਹਿਬ ਜਾਪ ਸਾਹਿਬ ਦੀ ਬਾਣੀ ਵਿੱਚ ਕਹਿੰਦੇ ਨੇ ਕਿ ਨਮੋ ਮੰਤਰ ਮੰਤਰੰਗ, ਨਮੋ ਜੰਤਰ ਜੰਤਰੰਗ। ਹੇ ਪ੍ਰਭੂ, ਤੇਰਾ ਨਾਮ ਹੀ ਮੇਰੇ ਵਾਸਤੇ ਮੰਤਰਾਂ ਵਿੱਚੋਂ ਸ਼੍ਰੋਮਣੀ ਮੰਤਰ ਹੈ। ਤੇਰਾ ਜਾਪ ਹੀ ਮੇਰੇ ਵਾਸਤੇ ਸ਼੍ਰੋਮਣੀ ਜੰਤਰ ਹੈ। ਇਸ ਕਰਕੇ ਸਾਧ ਸੰਗਤ ਗੁਰਬਾਣੀ ਦਾ ਜੋ ਜੀਵ ਜਾਪ ਕਰਦਾ ਹੈ ਉਹਦਾ ਭਲਾ ਹੀ ਭਲਾ ਹੈ। ਤੇ ਗੁਰਬਾਣੀ ਨੂੰ ਗਾਉਣ ਦੇ ਨਾਲ ਸੁੱਖ ਉਪਜਦੇ ਨੇ। ਇਸ ਕਰਕੇ ਗੁਰਬਾਣੀ ਸਦਾ ਸੁਖਦਾਈ ਹੈ। ਗੁਰਬਾਣੀ ਗਾਵੋ ਭਾਈ, ਉਹ ਸਫਲ ਸਦਾ ਸੁਖਦਾਈ। ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਨੇ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਤੇ ਨਿਤਨੇਮ ਕਰਦੇ ਹਾਂ ਆਪਾਂ ਆਨੰਦ ਸਾਹਿਬ ਦੀ ਬਾਣੀ ਵਿੱਚ ਤੀਜੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਦਾ ਬਚਨ ਹੈ। ਸਾਹਿਬ ਕਹਿੰਦੇ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ,
ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਸਾਧ ਸੰਗਤ ਇੰਨੀ ਸ਼ਕਤੀ ਹੈ ਮੂਲ ਮੰਤਰ ਵਿੱਚ। ਕੋਈ ਵੀ ਬਲਾ, ਕੋਈ ਇਲਮ, ਕੋਈ ਜਾਦੂ ਟੂਣਾ, ਕੋਈ ਭੂਤ ਪ੍ਰੇਤ, ਸਾਧ ਸੰਗਤ ਜਾਂ ਜਿੰਨ ਕੁਝ ਨਹੀਂ ਟਿਕ ਸਕਦਾ। ਜੇ ਕਿਤੇ ਲੱਗੇ ਰਹੀਏ ਨਾ ਮੂਲ ਮੰਤਰ ਦਾ ਜਾਪ ਕਰਨ, ਤੇ ਸਾਧ ਸੰਗਤ ਵੱਡੀ ਗੱਲ ਇਹ ਹੈ ਕਿ ਸਾਨੂੰ ਭਰੋਸਾ ਹੋਣਾ ਚਾਹੀਦਾ ਹੈ। ਇਹ ਜਿਹੜੀ ਬਾਣੀ ਹੈ ਨਾ, ਬਾਣੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਇਹਨੂੰ ਜੇ ਅਸਲ ਰੂਪ 'ਚ ਸਮਝਣਾ ਹੈ ਤੇ ਮਹਾਰਾਜ ਨੂੰ ਹੀ ਪੁੱਛੋ। ਮਹਾਰਾਜ ਕਹਿੰਦੇ ਵਾਹ ਵਾਹ ਬਾਣੀ ਨਿਰੰਕਾਰ ਹੈ, ਤਿਸ ਜੇਵ ਡਬਰ ਨਾ ਕੋਈ। ਬਾਣੀ ਕੀ ਹੈ? ਬਾਣੀ ਆਪ ਹੀ ਰੱਬ ਹੈ। ਵਾਹਿਗੁਰੂ ਨਿਰੰਕਾਰ ਹੈ ਨਾ, ਮਹਾਰਾਜ ਨੇ ਬਾਣੀ 'ਚ ਆਖਿਆ ਵਾਹਿਗੁਰੂ ਨਿਰੰਕਾਰ ਹੈ। ਉਹ ਨਿਰੰਕਾਰ ਅਗੰਮੀ ਸਰੂਪ ਦਾ ਮਾਲਕ ਪ੍ਰਮਾਤਮਾ, ਜਿਹਨੇ ਸਾਰਾ ਕੁਝ ਸਿਰਜਿਆ ਬਣਾਇਆ। ਇਹ ਬਾਣੀ ਜੋ ਹੈ ਨਿਰੰਕਾਰੀ ਹੈ। ਇਸ ਤੋਂ ਵੱਡੀ ਕੋਈ ਗੱਲ ਨਹੀਂ ਹੋ ਸਕਦੀ ਸਾਧ ਸੰਗਤ। ਇਸ ਕਰਕੇ ਗੁਰਬਾਣੀ ਸਾਡੇ ਲੋਕ ਤੇ ਪਰਲੋਕ ਨੂੰ ਸਵਾਰਦੀ